ਹੈਲੋ एवरीवन ਪੰਜਾਬ ਸਕਸੈਸ ਮੰਤਰਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਨ ਵਾਲੇ ਹਾਂ ਕੁਆਂਟੀਟੇਟਿਵ ਐਪਟੀਟਿਊਡ ਦਾ ਜਿਹੜਾ ਚੈਪਟਰ ਹੁੰਦਾ ਟਾਈਮ ਐਂਡ ਵਰਕ, ਉਸ ਦੇ ਕੁਝ ਇੰਪੋਰਟੈਂਟ ਐਮਸੀਕਿਊਜ਼। ਤਾਂ ਮੈਂ ਇੱਕ ਟਾਈਪ ਚੱਕੀ ਹੈ ਜਿਹੜੇ ਕਿ ਕੰਪੈਰੀਜ਼ਨ ਬੇਸਡ ਕੁਐਸਚਨਸ ਹੁੰਦੇ ਨੇ, ਉਹ ਸਾਰੇ ਕੁਐਸਚਨਸ ਅਸੀਂ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ, ਠੀਕ ਹੈ। ਔਰ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਬਈ ਜਿਹੜਾ ਸਾਡਾ ਪੀਪੀਐਸਸੀ ਦਾ ਲੈਵਲ ਹੁੰਦਾ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਕੁਐਸਚਨ ਤੁਹਾਨੂੰ ਟਾਈਮ ਐਂਡ ਵਰਕ ਦੇ ਮਿਲ ਸਕਦੇ ਨੇ, ਠੀਕ ਹੈ। ਤਾਂ ਇੱਕ ਪਾਰਟਿਕੂਲਰ ਟਾਈਪ ਦੇ ਇੱਕ ਅਸੀਂ ਮੋਡਰੇਟ ਟੂ ਡਿਫਿਕਲਟ ਟਾਈਪ ਦੇ ਜਿਹੜੇ ਕੁਐਸਚਨਸ ਨੇ ਉਹ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ, ਠੀਕ ਹੈ। ਇਸ ਤੋਂ ਇਲਾਵਾ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਅਗਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਕੰਬੋ ਬੈਚ 2 ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ 2 ਦਿਨ ਦੇ ਵਿੱਚ, ਠੀਕ ਹੈ। ਜਿਹਦੀ ਪਹਿਲੀ ਕਲਾਸ ਜਿਹੜੀ ਆ 27 ਜੂਨ ਨੂੰ ਸਟਾਰਟ ਹੋਏਗੀ ਜੀ। 27 ਜੂਨ ਨੂੰ, ਇੱਥੇ 25 ਜੂਨ ਲਿਖਿਆ ਹੋਇਆ, ਯਾਨੀ ਕਿ 25 ਜੂਨ ਤੱਕ ਅਸੀਂ ਪੂਰਾ ਬੈਚ ਜਿਹੜਾ ਹੈ ਤੁਹਾਨੂੰ ਐਨਰੋਲ ਕਰ ਲੈਣਾ ਹੈ। ਸੈਟਰਡੇ ਵਾਲਾ ਦਿਨ ਹੋਏਗਾ, ਬਟ ਸਟਾਰਟ ਬੈਚ ਅਸੀਂ ਕਰਾਂਗੇ ਮੰਡੇ ਤੋਂ। ਔਰ ਡੇਲੀ ਤੁਹਾਨੂੰ ਸਟਾਰਟਿੰਗ ਦੇ ਵਿੱਚ 2 ਕਲਾਸਿਸ ਮਿਲਣਗੀਆਂ, ਇੱਕ ਦੁਪਹਿਰ ਨੂੰ 3 ਵਜੇ ਔਰ ਇੱਕ 4:30 ਵਜੇ, ਠੀਕ ਹੈ। ਸਟਾਰਟ ਕਰਨ ਜਾ ਰਹੇ ਹਾਂ ਅਸੀਂ 2 ਇੰਪੋਰਟੈਂਟ ਕੰਪੋਨੈਂਟਸ ਤੋਂ, ਜਿਹੜਾ ਕਿ ਪਹਿਲਾ ਹੈਗਾ ਸਾਡਾ ਰੀਜ਼ਨਿੰਗ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਈ ਰੀਜ਼ਨਿੰਗ ਬਹੁਤ ਇੰਪੋਰਟੈਂਟ ਹੈ ਅਗਰ ਅਸੀਂ ਪੀਪੀਐਸਸੀ ਦੀ ਗੱਲ ਕਰੀਏ, ਠੀਕ ਹੈ। ਉਹਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਵਿੱਚ 40 ਕੁਐਸਚਨ ਨੇ ਜਿਹੜੇ ਮੈਥ ਤੇ ਰੀਜ਼ਨਿੰਗ ਦੇ ਹੋਣਗੇ। ਤਾਂ ਪਹਿਲਾਂ ਅਸੀਂ ਰੀਜ਼ਨਿੰਗ ਖਤਮ ਕਰਾਂਗੇ, ਫਿਰ ਤੁਹਾਨੂੰ ਮੈਥ ਵੀ ਕਰਾਵਾਂਗੇ ਉਹਦੇ ਵਿੱਚ। ਔਰ ਇੱਕ ਜਿਹੜਾ ਸਲੋਟ ਹੈਗਾ ਉਹ ਸਾਡਾ ਜੀਐਸ ਦਾ ਫਿਕਸ ਰਹੂਗਾ, ਜਿਹਦੇ ਵਿੱਚ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜਿਓਗ੍ਰਾਫੀ ਤੋਂ। ਔਰ ਜਿਓਗ੍ਰਾਫੀ ਤੁਹਾਨੂੰ ਕਰਵਾਉਣਗੇ ਭੁਪਿੰਦਰ ਸਰ, ਜਿਓਗ੍ਰਾਫੀ ਤੁਹਾਨੂੰ ਭੁਪਿੰਦਰ ਸਰ ਕਰਵਾਉਣਗੇ। 4:30 ਵਜੇ ਕਲਾਸ ਹੋਇਆ ਕਰੇਗੀ ਇਹ ਵਾਲੀ। ਔਰ 2 ਹਫ਼ਤੇ ਤੋਂ ਬਾਅਦ ਅਸੀਂ ਤੀਸਰੀ ਇੱਕ ਹੋਰ ਕਲਾਸ ਇਹਦੇ ਵਿੱਚ ਐਡ ਕਰਾਂਗੇ, ਜਿਹਦੇ ਵਿੱਚ ਮੈਂ ਤੁਹਾਨੂੰ ਮੈਥ ਵੀ ਕਰਵਾਉਂਗਾ, ਠੀਕ ਹੈ। ਤਾਂ ਇਹ ਇਨਫੋਰਮੇਸ਼ਨ ਹੈਗੀ ਹੈ ਜੀ ਕੁਝ। ਅਗਰ ਤੁਸੀਂ ਇਹ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਹੁਣੇ ਜੁਆਇਨ ਕਰ ਲਓ, ਤਾਂ ਕਿ ਤੁਹਾਨੂੰ ਅਸੀਂ WhatsApp ਗਰੁੱਪਸ ਦੇ ਵਿੱਚ ਐਡ ਕਰ ਦਈਏ ਆਪਣੇ। ਔਰ ਜੋ ਵੀ ਬੈਚ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਇੰਪੋਰਟੈਂਟ ਚੀਜ਼ਾਂ ਨੇ ਜੋ ਤੁਸੀਂ ਪੜ੍ਹਨੀਆਂ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਜਾਣ, ਤਾਂ ਤੁਸੀਂ ਹੁਣੇ ਬੈਚ ਜੁਆਇਨ ਕਰ ਸਕਦੇ ਹੋ, ਠੀਕ ਹੈ ਜੀ। ਚਲੋ ਹੁਣ ਸ਼ੁਰੂ ਕਰਦੇ ਹਾਂ ਕੁਐਸਚਨਸ ਤੋਂ। ਅਗਰ ਮੈਂ ਟਾਈਮ ਐਂਡ ਵਰਕ ਦੀ ਗੱਲ ਕਰਾਂ ਤਾਂ ਦੋਸਤੋ ਟਾਈਮ ਐਂਡ ਵਰਕ ਦੇ ਵਿੱਚ ਜਿਹੜੇ ਕੰਪੈਰੀਜ਼ਨ ਵਾਲੇ ਕੁਐਸਚਨਸ ਹੁੰਦੇ ਨੇ ਉਹ ਕੁਐਸਚਨਸ ਦੀ ਗੱਲ ਕਰੂੰਗਾ। ਮੈਂ ਇੱਕ ਕਲਾਸ ਹੋਰ ਲਈ ਸੀਗੀ ਟਾਈਮ ਐਂਡ ਵਰਕ ਦੀ ਤੁਹਾਡੇ ਨਾਲ, ਜਿਹਦੇ ਵਿੱਚ ਮੈਂ ਪਹਿਲਾਂ 13 ਕੁਐਸਚਨ ਡਿਸਕਸ ਕੀਤੇ ਸੀਗੇ, ਹੁਣ 14th ਕੁਐਸਚਨ ਤੋਂ ਹੈਗਾ ਇਹ, ਠੀਕ ਹੈ। ਉਹ ਕਲਾਸ ਵੀ ਤੁਸੀਂ ਦੇਖ ਸਕਦੇ ਹੋ, YouTube ਤੇ ਅਵੇਲੇਬਲ ਹੋਏਗੀ। ਚਲੋ ਸ਼ੁਰੂ ਕਰਦੇ ਹਾਂ ਬੇਟਾ ਅੱਜ ਦੀ ਕਲਾਸ। ਪਹਿਲਾ ਕੁਐਸਚਨ ਵੇਖੋ ਜੀ ਕੀ ਲਿਖਿਆ ਹੋਇਆ ਹੈ ਕਿ ਟੂ ਡੂ ਅ ਸਰਟਨ ਵਰਕ we would take thrice as long as A and C together and C twice as long as A and B together. The 3 men together complete the work in 10 days. The time taken by A to complete the work separately is. ਇਸ ਤਰੀਕੇ ਨਾਲ ਕੁਐਸਚਨ ਹੈ ਜੀ, ਠੀਕ ਹੈ। ਤਾਂ ਬੇਟਾ ਕਰਨਾ ਕਿਵੇਂ ਹੁੰਦਾ ਹੈ ਕਿ ਜਦੋਂ ਵੀ ਕਦੇ ਤੁਹਾਨੂੰ ਕੰਪੈਰੀਜ਼ਨ ਸ਼ੋ ਹੋ ਰਿਹਾ ਹੋਵੇ, ਜਦ ਵੀ ਕਦੇ, ਜਿਵੇਂ ਇੱਥੇ ਕੀ ਲਿਖਿਆ ਹੋਇਆ ਕਿ ਕਿਸੇ ਕੰਮ ਨੂੰ ਕਰਨ ਲਈ B ਨੂੰ ਥਰਾਈਸ ਟਾਈਮ ਲੱਗਦਾ A ਤੇ B ਨਾਲੋਂ, ਤਾਂ ਜਿੱਥੇ ਕਦੇ ਵੀ ਕੰਪੈਰੀਜ਼ਨ ਸ਼ੋ ਹੋ ਰਿਹਾ ਹੋਵੇ ਹਮੇਸ਼ਾ ਰੇਸ਼ੋ ਦਾ ਯੂਜ਼ ਕਰੋ। ਰੇਸ਼ੋ ਇਜ਼ ਬੈਸਟ, ਹਮੇਸ਼ਾ ਰੇਸ਼ੋ ਦਾ ਯੂਜ਼ ਕਰੋ। ਤਾਂ ਕੀ ਲਿਖਿਆ ਹੋਇਆ ਬੇਟਾ ਕਿ B ਨੂੰ 3 ਗੁਣਾ ਸਮਾਂ ਲੱਗਦਾ ਹੈ A plus C ਨਾਲੋਂ। ਤਾਂ 3 ਗੁਣਾ ਸਮਾਂ ਹੈ ਤਾਂ 3:1, ਬਟ ਇਹ ਰੇਸ਼ੋ ਕਿਸ ਚੀਜ਼ ਦੀ ਹੈ? ਟਾਈਮ ਦੀ। ਇਹ ਰੇਸ਼ੋ ਕਿਸ ਚੀਜ਼ ਦੀ ਹੈ? ਟਾਈਮ ਦੀ, ਠੀਕ ਹੈ। ਉਸੇ ਤਰੀਕੇ ਨਾਲ ਨੈਕਸਟ ਲਾਈਨ ਦੇ ਵਿੱਚ C twice as long as A and B together, ਕਿ C ਨੂੰ ਕੀ ਹੁੰਦਾ? ਟਵਾਈਸ ਟਾਈਮ ਲੱਗਦਾ A plus B ਨਾਲ, ਠੀਕ ਹੈ। ਤਾਂ ਟਵਾਈਸ ਹੈ ਤਾਂ 2:1, ਇਹ ਵੀ ਕੀ ਹੈ? ਟਾਈਮ ਦਾ ਰੇਸ਼ੋ ਹੈ, ਠੀਕ ਹੈ। ਹੁਣ ਟਾਈਮ ਐਂਡ ਵਰਕ ਦੇ ਵਿੱਚ ਬੇਟਾ ਇੱਕ ਰਿਲੇਸ਼ਨ ਹੁੰਦਾ ਹੈ ਕਿ ਐਫੀਸ਼ੀਐਂਸੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਟਾਈਮ, ਕਿ ਜਿਹੜੀ ਐਫੀਸ਼ੀਐਂਸੀ ਉਹ ਇਨਵਰਸ ਹੁੰਦੀ ਹੈ ਟਾਈਮ ਦੀ। ਅਗਰ ਮੰਨ ਲਓ ਇੱਥੇ ਮੈਂ ਟਾਈਮ ਦਾ ਐਫੀਸ਼ੀਐਂਸੀ ਦਾ ਰੇਸ਼ੋ ਕੱਢਣਾ ਹੋਵੇ, ਅਗਰ ਇੱਥੋਂ ਮੈਨੂੰ ਐਫੀਸ਼ੀਐਂਸੀ ਦਾ ਰੇਸ਼ੋ ਕੱਢਣਾ ਹੋਵੇ ਤਾਂ ਐਫੀਸ਼ੀਐਂਸੀ ਕੀ ਹੈ? ਇਨਵਰਸ ਹੈ ਟਾਈਮ ਦਾ। ਤਾਂ ਅਸੀਂ ਟਾਈਮ ਨੂੰ ਰਿਵਰਸ ਕਰਾਂਗੇ, ਯਾਨੀ ਕਿ ਰੇਸ਼ੋ ਕੀ ਬਣੂਗੀ ਸਾਡੇ ਕੋਲੋਂ? 1:3। ਰੇਸ਼ੋ ਕੀ ਬਣ ਜੂਗੀ ਸਾਡੇ ਕੋਲੋਂ? 1:3 ਬਣ ਜੂਗੀ, ਠੀਕ ਹੈ। ਉਸੇ ਤਰੀਕੇ ਨਾਲ ਅਗਰ ਇੱਧਰ ਵੀ ਅਸੀਂ ਐਫੀਸ਼ੀਐਂਸੀ ਦਾ ਰੇਸ਼ੋ ਕੱਢਣਾ ਵਾ ਤਾਂ ਰੇਸ਼ੋ ਕੀ ਬਣ ਜੂਗੀ? 1:2, ਠੀਕ ਹੈ। ਤਾਂ ਇਹ ਬੇਸਿਕ ਕੁਐਸਚਨ ਹੈਗਾ, ਜੋ ਕੁਐਸਚਨ ਦੇ ਵਿੱਚ ਲਿਖਿਆ ਸੀਗਾ ਉਹੀ ਕਰ ਰਹੇ ਹਾਂ। ਉਸ ਤੋਂ ਬਾਅਦ ਨੈਕਸਟ ਕੀ ਲਿਖਿਆ ਹੋਇਆ ਲਾਈਨ ਦੇ ਵਿੱਚ ਕਿ ਤਿੰਨੋਂ ਮਿਲ ਕੇ 10 ਦਿਨ ਚ ਕੰਮ ਖਤਮ ਕਰਦੇ ਨੇ। ਮਤਲਬ A plus B plus C 10 ਡੇਜ਼ ਦੇ ਵਿੱਚ ਕੰਮ ਖਤਮ ਕਰਦੇ ਨੇ। ਔਰ ਸਾਨੂੰ ਪੁੱਛਿਆ ਹੋਇਆ ਕਿ ਦੱਸੋ A ਇਕੱਲਾ ਕਿੰਨੇ ਦਿਨ ਦੇ ਵਿੱਚ ਕਰੂਗਾ? A ਇਕੱਲਾ ਕਿੰਨੇ ਦਿਨ ਚ ਕਰੂਗਾ? ਇਹ ਕੁਐਸਚਨ ਹੈ ਜੀ ਪੂਰਾ, ਠੀਕ ਹੈ। ਹੁਣ ਸ਼ੁਰੂ ਕਿਵੇਂ ਕਰਨਾ ਬੇਟਾ? ਇੱਕ ਚੀਜ਼ ਤੁਸੀਂ ਸਮਝਣੀ ਹੈ ਕਿ ਅਗਰ ਪਰਸਨ ਸੇਮ ਹੋਣਗੇ ਤਾਂ ਉਹਨਾਂ ਦੀ ਐਫੀਸ਼ੀਐਂਸੀ ਵੀ ਸੇਮ ਹੋਣੀ ਚਾਹੀਦੀ ਹੈ। ਇੱਕ ਸਿੰਪਲ ਜੀ ਗੱਲ ਹੈ ਨਾ। ਅਗਰ ਮੰਨ ਲਓ 2 ਪਰਸਨ ਕੰਮ ਕਰ ਰਹੇ ਨੇ ਤਾਂ ਦੋਨਾਂ ਦੀ ਐਫੀਸ਼ੀਐਂਸੀ ਦਾ ਸਮ ਹਮੇਸ਼ਾ ਸੇਮ ਹੋਏਗਾ, ਹੈ ਨਾ। ਅਗਰ 3 ਪਰਸਨ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਐਫੀਸ਼ੀਐਂਸੀਜ਼ ਦਾ ਜਿਹੜਾ ਸਮ ਹੋਏਗਾ ਉਹ ਹਮੇਸ਼ਾ ਸੇਮ ਹੋਏਗਾ। ਜਿਵੇਂ ਇੱਥੇ ਅਗਰ ਅਸੀਂ ਦੇਖੀਏ ਤਾਂ A ਵੀ ਹੈ, B ਵੀ ਹੈ ਔਰ C ਵੀ ਹੈ। ਤਾਂ ਤਿੰਨਾਂ ਦੀ ਅਗਰ ਐਫੀਸ਼ੀਐਂਸੀਜ਼ ਦਾ ਮੈਂ ਸਮ ਦੇਖਾਂ ਤਾਂ ਕਿੰਨਾ ਬਣ ਰਿਹਾ? 4। ਔਰ ਐਫੀਸ਼ੀਐਂਸੀ ਕੀ ਹੁੰਦੀ ਹੈ? 1 ਦਿਨ ਦਾ ਕੰਮ, ਠੀਕ ਹੈ। ਉਸੇ ਤਰੀਕੇ ਨਾਲ ਇੱਧਰ ਦੇਖੋਗੇ ਤਾਂ A plus B plus C
ਤਿੰਨੋਂ ਮਿਲ ਕੇ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰਦੇ ਨੇ 3, ਮਤਲਬ ਐਫੀਸ਼ੀਐਂਸੀ ਕਿੰਨੀ ਹੋਗੀ 3। ਤਾਂ ਬੇਟਾ ਇੱਥੇ ਤਿੰਨਾਂ ਦੀ ਐਫੀਸ਼ੀਐਂਸੀ 4 ਆ ਰਹੀ ਹੈ, ਇੱਥੇ ਤਿੰਨਾਂ ਦੀ ਐਫੀਸ਼ੀਐਂਸੀ 3 ਆ ਰਹੀ ਹੈ, which is not possible, है ना। अगर पर्सन सेम ने ਤਾਂ ਬੇਟਾ ਇਹਨਾਂ ਦੀ ਐਫੀਸ਼ੀਐਂਸੀ ਵੀ ਕੀ ਹੋਏਗੀ ਸਾਡੇ ਕੋਲੋਂ ਸੇਮ ਹੋਏਗੀ। ਅਗਰ ਪਰਸਨ ਸੇਮ ਨੇ ਤਾਂ ਐਫੀਸ਼ੀਐਂਸੀ ਵੀ ਸੇਮ ਹੋਏਗੀ। ਤਾਂ ਬੇਟਾ ਸੇਮ ਕਰਨ ਲਈ ਗੁਣਾ 3 ਇੱਧਰ ਕਰ ਲਓ, ਗੁਣਾ 4 ਇੱਧਰ ਕਰ ਲਓ, ਠੀਕ ਹੈ। ਤਾਂ ਗੁਣਾ 3 ਕਰਾਂਗੇ ਬੇਟਾ ਤਾਂ ਰੇਸ਼ੋ ਕੀ ਬਣੂਗੀ 3:9, ਇੰਟੂ 4 ਕਰਾਂਗੇ ਤਾਂ ਰੇਸ਼ੋ ਕੀ ਬਣੂਗੀ 4:8, 4:8। ਸਮਝ ਗਏ ਗੱਲ ਨੂੰ ਜੀ, ठीक है। तो ये साडे कोल हुण आ गईयां एफिशिएंसीज, क्योंकि अब हुण टोटल की है सेम है। इत्थे असीं की करांगे बेटा A/B/C कढ लवांगे। देखो किवें निकलदा है कि देखो C दा एफिशिएंसी दा कितना है 4, मैं 4 लिखता एज इट इज, ठीक है। उस तो बाद B दी एफिशिएंसी कितनी हैगी 3, मैं एज इट इज लिखती B दी एफिशिएंसी भी, ठीक है। हुण देखो जी टोटल एफिशिएंसी कितनी आ रही है 12, इत्थे भी देखो टोटल एफिशिएंसी कितनी आ रही है 12, ठीक है ना। ਤਾਂ 12 ਵਿੱਚੋਂ 3 ਕੰਮ ਕਰਦਾ ਹੈ B, 4 ਕੰਮ ਕਰਦਾ ਹੈ C, ਤਾਂ ਬਚਿਆ ਕਿੰਨਾ 7 ਇਹਨਾਂ ਨੇ ਕਰਤਾ ਨਾ, ਬਚਿਆ ਕਿੰਨਾ 5। ਤਾਂ 5 ਕੰਮ ਕੌਣ ਕਰੇਗਾ ਬੇਟਾ A, मतलब A/B/C ਕਿੰਨਾ ਹੋਏਗਾ 5/3/4। ਅਗਰ ਤੁਸੀਂ ਇੰਨਾ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਇਹ ਬੇਸਿਕ ਕੁਐਸਚਨ ਬਣ ਜਾਏਗਾ ਕਿ ਤਿੰਨੋਂ ਮਿਲ ਕੇ ਇੱਕ ਦਿਨ ਦੇ ਵਿੱਚ 12 ਕੰਮ ਕਰ ਰਹੇ ਨੇ। ਕੁਐਸਚਨ ਕਹਿੰਦਾ ਹੈ ਕਿ ਕੰਮ 10 ਦਿਨ ਦੇ ਵਿੱਚ ਖਤਮ ਹੁੰਦਾ ਹੈ, ਯਾਨੀ ਕਿ ਟੋਟਲ ਵਰਕ 120 ਹੋਏਗਾ। और ਤੁਹਾਨੂੰ ਪੁੱਛਿਆ ਹੋਇਆ ਇਹੀ ਕੰਮ ਕਰਨ ਲਈ A ਨੂੰ ਕਿੰਨਾ ਸਮਾਂ ਲੱਗੇਗਾ। ਤਾਂ ਬੇਟਾ A ਦੀ ਐਫੀਸ਼ੀਐਂਸੀ ਕਿੰਨੀ ਹੈ 5, ਤਾਂ 120 ਕੰਮ ਹੈ, A ਇੱਕ ਦਿਨ ਦੇ ਵਿੱਚ 5 ਕੰਮ ਕਰਦਾ ਹੈ, ਤਾਂ ਕਿੰਨੇ ਦਿਨ ਚ ਕੰਮ ਖਤਮ ਕਰੂਗਾ ਜੀ 24 ਦਿਨ ਦੇ ਵਿੱਚ। ਕਿੰਨੇ ਦਿਨ ਦੇ ਵਿੱਚ ਕੰਮ ਖਤਮ ਹੋਵੇਗਾ 24 ਡੇਜ਼ ਦੇ ਵਿੱਚ। ਇਹ ਹੋ ਗਿਆ ਸਾਡਾ ਪਹਿਲਾ ਕੁਐਸਚਨ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ, ਠੀਕ ਹੈ। ਨੈਕਸਟ ਦੇਖੋ ਜੀ ਸੈਕਿੰਡ ਕੁਐਸਚਨ, ਇਹ ਵੀ ਇਸੇ ਤਰੀਕੇ ਦਾ ਹੀ ਹੈ, ਬਟ ਇਹਦੇ ਵਿੱਚ ਕੀ ਹੋਇਆ ਕਿ ਜਿਵੇਂ ਪਹਿਲਾਂ ਟਵਾਈਸ ਤੇ ਥਰਾਈਸ ਸੀਗਾ ਉਸੇ ਤਰੀਕੇ ਨਾਲ ਹੁਣ ਇੱਥੇ ਕੀ ਹੈ 40% 60%, मतलब ਹੁਣ ਕੰਪੈਰੀਜ਼ਨ ਜਿਹੜਾ ਹੈ ਉਹ ਪਰਸੈਂਟੇਜ ਦੇ ਵਿੱਚ ਆ ਗਿਆ, ਠੀਕ ਹੈ। ਦੋ ਤਰੀਕੇ ਨਾਲ ਕੁਐਸਚਨ ਬਣ ਸਕਦੇ ਨੇ, ਜਾਂ ਤਾਂ ਕੰਪੈਰੀਜ਼ਨ ਹੋਵੇ ਸਾਡਾ ਸਿੱਧਾ ਰੇਸ਼ੋ ਦੇ ਵਿੱਚ ਜਾਂ ਕੰਪੈਰੀਜ਼ਨ ਹੋਵੇ ਪਰਸੈਂਟੇਜ ਦੇ ਵਿੱਚ, ਠੀਕ ਹੈ। ਤਾਂ ਕਿਵੇਂ ਕਰਾਂਗੇ ਆ ਵਾਲਾ ਕੁਐਸਚਨ, ਧਿਆਨ ਨਾਲ ਸਮਝਣਾ ਤੁਸੀਂ। ਕੀ ਲਿਖਿਆ ਹੋਇਆ ਟੂ ਡੂ ਅ ਸਰਟਨ ਵਰਕ A and B takes 40% less time as long as C, ठीक है, and B and C 60% less time as A। तो क्वेश्चन किया बेटा कि A ते B ਨੂੰ ਦੋਨਾਂ ਨੂੰ ਮਿਲਾ ਕੇ 40% ਘੱਟ ਸਮਾਂ ਲੱਗਦਾ ਹੈ ਕਿਤੇ ਨਾਲੋਂ ਐਸ ਕੰਪੇਅਰ ਟੂ C। ਹੁਣ 40% ਜੇਕਰ ਘੱਟ ਹੈ ਤਾਂ ਕਿੰਨੇ ਪਰਸੈਂਟ ਲੱਗਦਾ ਹੋਏਗਾ ਸਮਾਂ 60%। 100% ਟੋਟਲ ਹੁੰਦਾ ਹੈ, ਅਗਰ 40% ਘੱਟ ਸਮਾਂ ਲੱਗ ਰਿਹਾ ਤਾਂ ਕਿੰਨਾ ਲੱਗ ਰਿਹਾ ਹੋਏਗਾ 60%। ਤਾਂ 60% ਕੀ ਹੁੰਦਾ ਹੈ ਬੇਟਾ 3/5। 60% ਨੂੰ ਸੋਲਵ ਕਰੋਗੇ 60/100 ਕੀ ਬਣੂਗਾ 3/5। ਉਸੇ ਤਰੀਕੇ ਨਾਲ ਨੈਕਸਟ ਕੀ ਹੈ कि B and C 60% less time as long as A, तो B plus C है as compared to A 60% less। तो बेटा अगर 60% less होएगा तो कितना हो जाएगा 40%, and 40% is equal to 2/5। इसी तरीके नाल 40 और 60% की जगह ते कदे 12 1/2% आ सकता है, 16 2/3% आ सकता है, 37 1/2% आ सकता है, कोई भी फ्रैक्शन वैल्यू थानू पूछी जा गिवन हो सकती है, ठीक है। तो ये है बेटा टाइम का रेशो। ਤਾਂ ਸਾਨੂੰ ਪਤਾ ਐਫੀਸ਼ੀਐਂਸੀ ਚਾਹੀਦੀ ਹੈ ਸਾਨੂੰ, ਤਾਂ ਐਫੀਸ਼ੀਐਂਸੀ ਦਾ ਰੇਸ਼ੋ ਕੱਢਾਂਗੇ 5/3 ਆ ਜਾਏਗਾ ਇੱਥੇ, ਔਰ ਇੱਥੇ 5/2 ਆ ਜਾਏਗਾ, 5/2 ਆ ਜਾਏਗਾ, ਠੀਕ ਹੈ। ਹੁਣ ਨੈਕਸਟ ਵੇਖੋ ਜੀ, ਇਹ ਆ ਗਿਆ ਸਾਡੇ ਕੋਲੋਂ। ਹੁਣ ਨੈਕਸਟ ਕੀ ਲਿਖਿਆ ਹੋਇਆ ਕਿ A plus B plus C ਤਿੰਨੋਂ ਮਿਲ ਕੇ 20 ਦਿਨ ਚ ਕੰਮ ਕਰਦੇ ਨੇ। ਸਾਨੂੰ ਪੁੱਛਿਆ ਹੋਇਆ ਕਿ ਦੱਸੋ the time taken by B alone to finish the work, B ਨੂੰ ਕਿੰਨਾ ਸਮਾਂ ਲੱਗੇਗਾ। ਤਾਂ ਬਈ ਦੇਖੋ ਸੇਮ ਆ ਗਿਆ ਨਾ ਕੁਐਸਚਨ, ਪਹਿਲਾਂ ਟੋਟਲ ਸੇਮ ਕਰਾਂਗੇ, ਇੱਥੇ 8 ਹੈ ਇੱਥੇ 7 ਹੈ, ਸੇਮ ਕਰਨ ਲਈ ਇਨਟੂ 8 ਔਰ ਇਨਟੂ 7, तो ये आ जाएगा भाई 35 21 40 एंड 16। तो इतने बेटा ए दी रेशो आ जाएगी 16, B ਦਾ ਹਜੇ ਪਤਾ ਨਹੀਂ ਹੈ, और C ਦੀ ਰੇਸ਼ੋ ਕਿੰਨੀ ਆ ਜਾਏਗੀ ਸਾਡੇ ਕੋਲ 21। ਹੁਣ ਟੋਟਲ ਬੇਟਾ 56 ਹੈ, ਟੋਟਲ ਕਿੰਨਾ ਹੈ 56। ਤਾਂ 56 ਵਿੱਚੋਂ 21 ਤੇ 16 37 ਕੰਮ ਹੋ ਚੁੱਕਾ ਹੈ A और C ਦੁਆਰਾ, ਤਾਂ ਬਚਿਆ ਕਿੰਨਾ ਜੀ 21 21। ਤਾਂ 21 ਕਿਸੀ ਆ ਜਾਏਗੀ ਸਾਡੇ ਕੋਲ ਐਫੀਸ਼ੀਐਂਸੀ B ਦੀ। ਤਾਂ ਹੁਣ ਅੱਗੇ ਕੁਐਸਚਨ ਕਿਵੇਂ ਕਰਾਂਗੇ ਕਿ ਤਿੰਨੋਂ ਮਿਲ ਕੇ ਇੱਕ ਦਿਨ ਚ 56 ਕੰਮ ਕਰਦੇ ਨੇ, ਕੰਮ 20 ਦਿਨ ਚ ਖਤਮ ਹੋ ਰਿਹਾ, ਔਰ ਤੁਹਾਨੂੰ ਪੁੱਛਿਆ ਹੋਇਆ ਕਿ ਬਈ B ਇਕੱਲਾ ਕਿੰਨੇ ਦਿਨ, ਸੌਰੀ 21 नहीं आऊगा 19 आऊगा, 37 है ना, तो 56 माइनस 37 करांगे तो 19 आऊगा, है ना, तो डिवाइड बाय 90। तो आंसर आऊगा जी 1120 बटे 19, जहां फिर 19 पंजे हो गया 95, 19 अठे हो गया 152,
तो 18 बचा ऊपर, डिवाइड बाय 90 डेज। आंसर कितना आ जाएगा इस क्वेश्चन का जी 58 18/19%। ਤਾਂ ਬੇਟਾ ਇਸ ਲੈਵਲ ਦੇ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਪੀਪੀਐਸਸੀ ਦੇ ਪੇਪਰਾਂ ਦੇ ਵਿੱਚ, ਭਾਵੇਂ ਉਹ ਇਨ ਫਿਊਚਰ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਵੇ, ਭਾਵੇਂ ਉਹ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਵੇ, ਕਿਉਂਕਿ ਦੋਨਾਂ ਦਾ ਸਿਲੇਬਸ ਜਿਹੜਾ ਆਲਮੋਸਟ ਸੇਮ ਹੈ। ਤੁਸੀਂ ਅਗਰ ਸਿਲੇਬਸ ਚੈੱਕ ਕਰੋਗੇ, ਸੇਮ ਸਿਲੇਬਸ, ਸੇਮ ਪੈਟਰਨ, ਸੇਮ 네ਗੇਟਿਵ ਮਾਰਕਿੰਗ, ਸੇਮ ਮਾਰਕਸ ਮਿਲਣਗੇ ਨੰਬਰ ਆਫ ਕੁਐਸਚਨਸ ਦੇ, ਠੀਕ ਹੈ, ਜਿੰਨੇ ਨੰਬਰ ਦਾ ਹੋਏਗਾ ਆਲਮੋਸਟ ਸਾਰਾ ਕੀ ਹੈ ਸੇਮ ਹੈ। ਤਾਂ ਤੁਸੀਂ ਸਾਰਿਆਂ ਨੇ ਉਸੇ ਲੈਵਲ ਦੀ ਹੀ ਤਿਆਰੀ ਕਰਨੀ ਹੈ, ਠੀਕ ਹੈ ਬੇਟਾ। ਚਲੋ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਦੇਖੋ, ਹੁਣ ਆਹ ਵਾਲੇ ਕੁਐਸਚਨ ਦੇਖਣ ਚ ਭਾਵੇਂ ਸੌਖੇ ਲੱਗ ਰਹੇ ਹੋਣ, ਬਟ ਹੁੰਦਾ ਕੀ ਹੈ ਕਿ ਛੋਟਾ ਜਿਹਾ ਕਨਸੈਪਟ ਹੁੰਦਾ ਹੈ, ਇੱਕ ਛੋਟਾ ਜਿਹਾ ਕਨਸੈਪਟ ਹੁੰਦਾ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹਦੇ ਮੈਂ ਦੋ ਕੁਐਸਚਨ ਲੈ ਕੇ ਆਇਆ ਹੋਇਆ ਤੁਹਾਡੇ ਨਾਲ, ਇੱਕ ਕੁਐਸਚਨ ਮੈਂ ਕਰੂੰਗਾ, ਇੱਕ ਮੈਂ ਤੁਹਾਨੂੰ ਦਊਂਗਾ ਕਰਨ ਵਾਸਤੇ, ਠੀਕ ਹੈ। ਇੱਕ ਮੈਂ ਕਰੂੰਗਾ ਔਰ ਇੱਕ ਕੁਐਸਚਨ ਤੁਸੀਂ ਕਰੋਗੇ। ਇਹਦਾ ਪਹਿਲਾ ਕੁਐਸਚਨ ਦੇਖੋ ਕੀ ਕਹਿ ਰਿਹਾ ਕਿ A does half as much work as B in 1/6 of the time, ਕਿ ਭਾਈ A ਜਿਹੜਾ ਹੈ ਉਹ ਹਾਫ ਕੰਮ ਕਰਦਾ ਹੈ, ਠੀਕ ਹੈ, ਔਰ ਉਹ ਹਾਫ ਕੰਮ ਜਿਹੜਾ ਹੈ ਉਹ B ਦੇ 1/6 ਟਾਈਮ ਦੇ ਵਿੱਚ B ਜਿੰਨਾ ਕੰਮ ਕਰੇਗਾ ਉਹਦੇ ਬਰਾਬਰ ਹੈ, B ਦੇ 1/6 ਦੇ ਟਾਈਮ ਦੇ ਬਰਾਬਰ ਹੈ। ਹੁਣ ਇੱਕ ਚੀਜ਼ ਦੇਖੋ ਬੇਟਾ, ਅਗਰ ਮੈਂ B ਦੀ ਗੱਲ ਕਰਾਂ ਤਾਂ B ਆਪਣੇ ਹਾਫ ਟਾਈਮ ਦੇ ਵਿੱਚ ਹਾਫ ਵਰਕ ਕਰੇਗਾ, ਹਾਫ ਟਾਈਮ ਦੇ ਵਿੱਚ, ਹਨਾ, ਇੱਕ ਟਾਈਮ ਦੇ ਵਿੱਚ ਅਗਰ ਇੱਕ ਕੰਮ ਕਰਦਾ ਹੈ ਤਾਂ ਹਾਫ ਟਾਈਮ 'ਚ ਹਾਫ ਵਰਕ ਕਰੇਗਾ। B ਆਪਣੇ 1/3 ਟਾਈਮ ਦੇ ਵਿੱਚ 1/3 ਵਰਕ ਕਰੇਗਾ। ਓਬਵੀਅਸਲੀ ਹਰ ਕੋਈ ਇਦਾਂ ਹੀ ਕਰਦਾ ਹੈ। ਜਿਵੇਂ ਮੈਂ ਤੁਹਾਨੂੰ ਪੁੱਛਿਆ ਕਿ ਦੱਸੋ ਤੁਸੀਂ ਅੱਧੇ ਟਾਈਮ 'ਚ ਕਿੰਨਾ ਕੰਮ ਕਰੋਗੇ, ਤਾਂ ਤੁਸੀਂ ਕੀ ਕਹੋਗੇ ਕਿ ਅਗਰ ਪੂਰੇ ਟਾਈਮ 'ਚ ਪੂਰਾ ਕੰਮ ਹੁੰਦਾ ਤਾਂ ਅੱਧੇ ਟਾਈਮ 'ਚ ਅੱਧਾ ਹੀ ਹੋਏਗਾ। ਇਹ ਕਿਹੜਾ ਕੁਐਸਚਨ ਹੋਇਆ, ਹੈਨਾ। ਉਦਾਂ ਹੀ 1/6 ਟਾਈਮ ਦੇ ਵਿੱਚ B ਦੇ 1/6 ਟਾਈਮ ਦੇ ਵਿੱਚ B ਆਪਣਾ 1/6 ਕੰਮ ਹੀ ਕਰੂਗਾ, ਹੈਨਾ। ਮਤਲਬ A ਜਿਹੜਾ ਹਾਫ ਕੰਮ ਕਰ ਰਿਹਾ ਹੈ ਉਹ ਸੇਮ ਟਾਈਮ ਦੇ ਵਿੱਚ B ਆਪਣਾ ਕਿੰਨਾ ਕੰਮ ਕਰੇਗਾ, 1/6 ਕੰਮ ਕਰੇਗਾ। B ਆਪਣਾ ਕਿੰਨਾ ਕੰਮ ਕਰੇਗਾ, 1/6, ਕਿਉਂਕਿ 1/6 ਟਾਈਮ ਲੈ ਰਿਹਾ ਉਹ, ਤਾਂ B ਆਪਣੇ 1/6 ਟਾਈਮ ਦੇ ਵਿੱਚ ਆਪਣਾ 1/6 ਕੰਮ ਕਰੇਗਾ। ਤੇ ਇਹ ਜਿਹੜਾ 1/6 ਆਫ ਦਾ ਟਾਈਮ ਹੈ ਇਹ ਐਕਚੁਅਲ ਵਿੱਚ ਐਫੀਸ਼ੀਐਂਸੀ ਹੀ ਹੈ, ਕਿਉਂਕਿ ਓਬਵੀਅਸਲੀ 1/6 ਟਾਈਮ ਦੇ ਵਿੱਚ 1/6 ਕੰਮ ਹੀ ਹੋਏਗਾ, ਠੀਕ ਹੈ। ਤਾਂ ਇਹ ਸਾਡੇ ਕੋਲ ਬੇਟਾ ਐਫੀਸ਼ੀਐਂਸੀ ਦਾ ਰੇਸ਼ੋ ਹੈ। ਬਸ ਰੇਸ਼ੋ ਬਣਾਣੀ ਆ ਗਈ ਤਾਂ ਕੁਐਸਚਨ ਨਿਕਲ ਗਿਆ, ਅੱਗੇ ਤਾਂ ਬਹੁਤ ਸੌਖਾ ਹੈ। ਬੇਸਿਕ ਕੁਐਸਚਨ ਬਣ ਜਾਂਦਾ ਹੁੰਦਾ ਬਿਲਕੁਲ, ਕਿ ਦੋਨੋਂ ਮਿਲਕੇ ਇੱਕ ਦਿਨ ਦੇ ਵਿੱਚ 4 ਕੰਮ ਕਰਨਗੇ ਔਰ 10 ਦਿਨ ਦੇ ਵਿੱਚ ਜੇਕਰ ਕੰਮ ਖਤਮ ਹੋ ਰਿਹਾ ਤਾਂ ਹੋ ਗਿਆ ਟੋਟਲ ਵਰਕ। ਔਰ ਤੁਹਾਨੂੰ ਪੁੱਛਿਆ ਹੋਇਆ ਕਿ B ਇਕੱਲਾ ਕਿੰਨੇ ਦਿਨ ਚ ਕਰੂਗਾ, ਤਾਂ ਡਿਵਾਈਡ ਬਾय 1। ਆਨਸਰ ਕਿੰਨਾ ਆ ਜਾਏਗਾ ਜੀ 40 ਦਿਨ। ਆਨਸਰ ਕਿੰਨਾ ਆ ਜਾਏਗਾ ਇਸ ਕੁਐਸਚਨ ਦਾ 40 ਡੇਜ਼ 40 ਦਿਨ। ਆਈ ਹੋਪ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਏਗੀ, ਠੀਕ ਹੈ। ਹੁਣ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਹੋਮਵਰਕ ਦੇ ਰਿਹਾ, ਮੈਂ ਚਾਹੂੰਗਾ ਕਿ ਕਮੈਂਟਸ ਦੇ ਵਿੱਚ ਤੁਸੀਂ ਸਾਰੇ ਆਨਸਰ ਕਰੋ, ਠੀਕ ਹੈ। ਮੈਂ ਅੱਜ ਵੀਡੀਓ ਜਿਹੜੀ ਹੈ 9 ਵਜੇ ਤੁਹਾਨੂੰ ਮਿਲ ਰਹੀ ਹੋਏਗੀ, ਪ੍ਰੀਮੀਅਰ ਹੋ ਰਹੀ ਹੋਏਗੀ। ਤੁਸੀਂ ਇਹ ਕੱਲ ਤੱਕ, ਮੈਂ ਕੱਲ ਚੈੱਕ ਕਰੂੰਗਾ ਸਾਰੇ ਕਮੈਂਟਸ, ਮੈਂ ਚੈੱਕ ਕਰੂੰਗਾ ਕਿਹਨਾਂ ਨੇ ਸਹੀ ਆਨਸਰ ਕੀਤਾ ਹੈ, ਠੀਕ ਹੈ। ਤਾਂ ਇਹ ਤੁਹਾਡਾ ਹੋਮਵਰਕ ਹੈ, ਦਿਸ ਵਨ ਇਜ਼ ਯੂਰ ਹੋਮਵਰਕ। ਵੀਡੀਓ ਨੂੰ ਪੌਜ਼ ਕਰਕੇ ਹੁਣੇ ਆਨਸਰ ਕਰਕੇ ਕਮੈਂਟ ਕਰੋ, ਹੁਣੇ ਆਨਸਰ ਕਰਕੇ। ਸਾਰਿਆਂ ਨੇ ਇੰਡੀਵਿਜੂਅਲ ਕਰਨਾ, ਇਦਾਂ ਨਹੀਂ ਹੈ ਕਿ ਇੱਕ ਨੇ ਆਨਸਰ ਦੇ ਦਿੱਤਾ ਚਲੋ ਸਾਡਾ ਕੰਮ ਵੀ ਖਤਮ ਹੋ ਗਿਆ, ਨਹੀਂ, ਸਾਰਿਆਂ ਨੇ ਆਪਣਾ ਆਪਣਾ ਇੰਡੀਵਿਜੂਅਲ ਆਨਸਰ ਕਰਨਾ ਹੈ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਵੇਖੋ ਜੀ। ਹੁਣ ਕੁਐਸਚਨ ਨੂੰ ਥੋੜਾ ਹੋਰ ਮੁਸ਼ਕਿਲ ਵੀ ਬਣਾਇਆ ਜਾ ਸਕਦਾ ਹੈ ਕਿ ਦੋ ਟਾਈਪਸ ਜਿਹੜੀਆਂ ਨੇ ਉਹ ਇੱਕੋ ਕੁਐਸਚਨ ਦੇ ਵਿੱਚ ਫਿੱਟ ਕਰਤੀਆਂ ਜਾਣ। ਜਿਵੇਂ ਆਹ ਵਾਲਾ ਕੁਐਸਚਨ ਹੈ ਬੇਟਾ, ਧਿਆਨ ਨਾਲ ਕਰਨਾ ਸਾਰਿਆਂ ਨੇ। ਕੀ ਲਿਖਿਆ ਹੋਇਆ ਹੈ ਕਿ A can do as much as B and C together can do। ਮੈਂ ਚਾਹੂੰਗਾ ਕਿ ਪਹਿਲਾਂ ਵੀਡੀਓ ਨੂੰ ਪੌਜ਼ ਕਰਕੇ ਆਪ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੁਐਸਚਨ ਦਾ ਲੈਵਲ ਕਿੱਦਾਂ ਦਾ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਇਹ ਵਾਲਾ ਸੋਲੂਸ਼ਨ ਦੇਖ ਲੈਣਾ ਤੁਸੀਂ ਸਾਰਿਆਂ ਨੇ। ਕਹਿੰਦਾ ਕਿ A ਜਿੰਨਾ ਕੰਮ ਕਰਦਾ ਹੈ ਨਾ ਉਹਨਾਂ B + C ਦੋਨੋਂ ਕਰਦੇ ਨੇ, ਮਤਲਬ ਐਫੀਸ਼ੀਐਂਸੀ ਦਾ ਰੇਸ਼ੋ ਕਿੰਨਾ ਹੈ 1:1। A ਦਾ ਤੇ B + C ਦਾ ਐਫੀਸ਼ੀਐਂਸੀ ਦਾ ਰੇਸ਼ੋ ਕਿੰਨਾ ਹੈ 1:1 ਹੈ, ਠੀਕ ਹੈ। ਉਸ ਤੋਂ ਬਾਅਦ ਉਹਨੇ ਕੀ ਕਹਿਤਾ ਕਿ A + B ਦੋਨੋਂ ਮਿਲ ਕੇ ਕੰਮ ਕਰਦੇ ਨੇ 9 ਘੰਟੇ 36 ਮਿੰਟ ਦੇ ਵਿੱਚ। A + B ਦੋਨੋਂ ਮਿਲ ਕੇ ਕੰਮ ਕਰਦੇ ਨੇ 9 ਘੰਟੇ 36 ਮਿੰਟ ਦੇ ਵਿੱਚ। ਹੁਣ ਮੈਨੂੰ ਕੀ ਕਰਨਾ ਜੀ, ਅਸੀਂ ਕੀ ਕਰਾਂਗੇ ਹੁਣ ਕਿ ਬਈ ਇਹ ਜਿਹੜਾ ਟਾਈਮ ਗਿਵਨ ਹੈ ਨਾ, ਜਾਂ ਤਾਂ ਯਾਰ ਸਾਰਾ ਮਿੰਟ ਦੇ ਵਿੱਚ ਹੋ ਜੇ ਜਾਂ ਸਾਰਾ ਆਵਰਸ ਦੇ ਵਿੱਚ ਹੋ ਜੇ। ਇਹ ਕੀ ਹੋਇਆ ਕਿ ਘੰਟੇ ਦੇ ਵਿੱਚ ਵੀ ਹੈ, ਮਿੰਟ ਦੇ ਵਿੱਚ ਵੀ ਹੈ, ਯੂਨਿਟ ਇੱਕ ਹੋਣੇ ਚਾਹੀਦੇ ਨੇ। ਤੁਹਾਡੀ ਮਰਜ਼ੀ, ਭਾਵੇਂ ਸੈਕਿੰਡ ਚ ਕਰ ਲਓ ਸਾਰਾ, ਠੀਕ ਹੈ। ਤੁਹਾਡੀ ਕੈਲਕੂਲੇਸ਼ਨ ਤੇ ਡਿਪੈਂਡ ਕਰਦਾ, ਤੁਸੀਂ ਸਾਰਾ ਮਿੰਟ ਚ ਕਰ ਲਓ ਅਗਰ ਕੈਲਕੂਲੇਸ਼ਨ ਵਧੀਆ ਤਾਂ, ਨਹੀਂ ਤੇ ਆਰਟਸ ਦੇ ਵਿੱਚ ਕਰ ਲਓ। ਆਰਟਸ ਦੇ ਵਿੱਚ ਕਿਵੇਂ ਕਰੋਗੇ ਜੀ, ਇਹ ਮਿੰਟ ਨੂੰ ਆਰਟਸ ਚ ਕਰਨੀ, ਡਿਵਾਈਡ ਬਾय 60 3/5, ਮਤਲਬ 9 3/5 ਆਵਰਸ, ਠੀਕ ਹੈ। ਇਸ ਨੂੰ ਹੋਰ ਸੋਲਵ ਕਰਾਂਗੇ ਤਾਂ ਬੇਟਾ 48/5 ਆਵਰਸ ਹੋ ਜਾਏਗਾ। ਕਿੰਨਾ ਹੋ ਜਾਏਗਾ 48/5 ਆਵਰਸ ਹੋ ਜਾਏਗਾ, ਠੀਕ ਹੈ। ਤਾਂ A + B ਜਿਹੜੇ ਨੇ ਉਹ 48/5 ਆਵਰਸ ਦੇ ਵਿੱਚ ਕੰਮ ਖਤਮ ਕਰਦੇ ਨੇ, ਠੀਕ ਹੈ। A + B ਜਿਹੜੇ ਨੇ 48/5 ਆਵਰਸ ਦੇ ਵਿੱਚ ਕੰਮ ਖਤਮ ਕਰਦੇ ਨੇ। ਅੱਗੇ ਇਹਨੇ ਕੀ ਕਿਹਾ ਕਿ C ਜਿਹੜਾ 48 ਆਵਰਸ ਦੇ ਵਿੱਚ ਕੰਮ ਕਰਦਾ ਹੈ,
ठीक C ਜਿਹੜਾ 48 ਆਵਰਸ ਦੇ ਵਿੱਚ ਕੰਮ ਕਰਦਾ ਹੈ। ਦੱਸੋ B ਇਕੱਲਾ ਕਿੰਨੇ ਦਿਨ ਚ ਕੰਮ ਕਰੂਗਾ। B ਦਾ ਟਾਈਮ ਪੁੱਛਿਆ ਹੋਇਆ ਹੈ ਤਾਂ ਬੇਟਾ ਐਲਸੀਐਮ ਲੈ ਲਓ ਜੀ, ਕਿੰਨਾ ਆ ਜਾਏਗਾ 48, ਕਿਉਂਕਿ ਨਿਊਮੀਨੇਟਰ ਦਾ ਹੀ ਐਲਸੀਐਮ ਲੈਣਾ ਹੁੰਦਾ ਬਸ। ਇੱਥੇ C ਦੀ ਐਫੀਸ਼ੀਐਂਸੀ ਆ ਜਾਏਗੀ 1 ਔਰ A plus B ਦੀ ਕਿੰਨੀ ਆ ਜਾਏਗੀ 5। ਐਫੀਸ਼ੀਐਂਸੀ ਕਿਵੇਂ ਆਂਦੀ ਹੁੰਦੀ ਹੈ, ਟੋਟਲ ਵਰਕ ਅਪਨ ਟਾਈਮ, ਤਾਂ 1 ਆ ਗਿਆ। टोटल वर्क अपॉन टाइम करोगे तो 48 डिवाइड बाय 48 बाय 5, 5 ऊपर चला जाऊगा, 48 ना 48 कैंसिल, तो 5 आ जाएगी एफिशिएंसी। ठीक है, हुण अगे देखो जी किवें करना है, ये तो हो गया बेसिक चीज़ां। ठीक है, हुण अगे क्वेश्चन किवें होगा, ध्यान नाल देखना सारिਆਂ ने कि भाई A दा और B और C दा जिहड़ा रिलेशन सीगा ना 1:1 हुण यूज होएगा। अगर इत्थे वेख्या जावे कि A और B plus C दी एफिशिएंसी कितनी है टोटल, A plus B plus C दी टोटल एफिशिएंसी कितनी है, तो इत्थे कितनी आ रही है 2, और यही जो 2 है ना वो इस टेबल दे विच कितना शो हो रहा है, A plus B दी एफिशिएंसी 5 और C दी 1, तो A plus B दी जेकर 5 और C दी 1 है तो टोटल कितनी होएगी 6। तो बेटा 2 दी वैल्यू जेकर 6 है तो इंटू 3 होएगा, इंटू 3 होएगा। ठीक है ना, तो इधर भी इंटू 3 कर लो, इधर भी इंटू 3 कर लो, A दी एफिशिएंसी 3 आ जाएगी और B plus C दी एफिशिएंसी भी कितनी आ जाएगी 3 आ जाएगी। ठीक है, तो बेटा A दी एफिशिएंसी जेकर 3 है, ठीक है, तब B दी एफिशिएंसी कितनी होनी चाहिए है, A plus B कितना 5, तब B दी एफिशिएंसी कितनी हो जाएगी बेटा 2 हो जाएगी। तो अगर B दा टाइम कढ़ना है तो टाइम किवें निकलदा, टोटल वर्क अपॉन एफिशिएंसी, टोटल वर्क अपॉन एफिशिएंसी, एफिशिएंसी कितनी है जी 2, तो आंसर आऊगा 24 डेज। आंसर आऊगा जी 24 डेज। ठीक है जी, मैं इजीली कढ़िया दा मतलब ये नहीं है कि क्वेश्चन आसान है, क्वेश्चन जिहड़ा है मॉडरेट टू डिफिकल्ट लेवल दा क्वेश्चन है बेटा टाइम एंड वर्क दा, बस तरीका साडा सौखा सीगा, वो गल वखरी है। ठीक है ना, तो क्वेश्चन जिहड़ा है औखा सौखा बस सोल्यूशन तो ही पता लगता हुंदा है, जदों सोल्यूशन कढोगे उदों औखा सौखा होएगा। ठीक है, तो ये कुछ क्वेश्चन सीगे ਜਿਹੜੇ ਕੰਪੈਰੀਜ਼ਨ ਲੈਵਲ ਦੇ ਕੁਐਸਚਨ ਸੀਗੇ ਪੀਪੀਐਸਸੀ ਲੈਵਲ ਦੇ, ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਇਸ ਤੋਂ ਇਲਾਵਾ ਬੇਟਾ ਅਗਰ ਤੁਸੀਂ ਸਟਾਰਟਿੰਗ ਤੋਂ ਹੀ ਤਿਆਰੀ ਕਰ ਰਹੇ ਹੋ, ਅਗਰ ਤੁਸੀਂ ਪੂਰਾ ਜੀਐਸ ਪੜ੍ਹਨਾ ਹੈ, এনवायरमेंट ਵਗੈਰਾ ਤੁਸੀਂ ਦੇਖਿਆ ਹੋਏਗਾ ਕਿ ਨਾਇਬ ਤਹਿਸੀਲਦਾਰ ਦੇ ਵਿੱਚ এনवायरमेंट ਦੇ ਕੁਐਸਚਨ ਵੀ ਔਖੇ ਸਨ, ਤਾਂ ਤੁਸੀਂ ਇਹ ਬੈਚ ਜੁਆਇਨ ਕਰ ਸਕਦੇ ਹੋ। ਇਹਦੇ ਵਿੱਚ ਪੂਰਾ ਪੀਪੀਐਸਸੀ ਲੈਵਲ ਦਾ ਸਾਰਾ ਕੰਪਲੀਟ ਹੋਏਗਾ, ਪਲੱਸ ਅਗਰ ਅਦਰ ਐਗਜ਼ਾਮ ਦੀ ਤਿਆਰੀ ਵੀ ਕਰ ਰਹੇ ਹੋ ਤਾਂ ਉਹ ਵੀ ਨਾਲ ਦੀ ਨਾਲ ਹੀ ਤੁਹਾਡੀ कवर हो जाएगी। ਇਹਦੇ ਵਿੱਚ ਹਰ ਇੱਕ ਕੰਪੋਨੈਂਟ ਸਾਨੂੰ ਕਰਵਾਇਆ ਜਾਏਗਾ। ਇਸ ਤੋਂ ਇਲਾਵਾ ਅਗਰ ਤੁਸੀਂ ਸਿਰਫ ਮੈਥ ਦੀ ਤਿਆਰੀ ਕਰਨੀ ਹੈ ਤਾਂ ਮੈਥ ਲਈ ਵੀ ਸਾਡਾ ਇੱਕ ਸਪੈਸ਼ਲ ਬੈਚ ਚੱਲਿਆ ਹੋਇਆ ਹੈ। ਠੀਕ ਹੈ, ਲਾਈਵ ਕਲਾਸਿਸ ਹੁੰਦੀਆਂ ਨੇ ਉਹਦੇ ਵਿੱਚ, ਔਰ ਉਹਦਾ ਰਿਕਾਰਡਡ ਵੀ ਤੁਹਾਨੂੰ ਮਿਲੂਗਾ ਅਲੋਂਗ ਵਿਦ ਦਾ ਪੀਡੀਐਫ ਫਾਈਲਸ, ਪੂਰਾ ਸਟੱਡੀ ਮਟੀਰੀਅਲ ਔਰ ਕੁਐਸਚਨਸ सब कुछ ਤੁਹਾਨੂੰ ਮਿਲਣਗੇ। ਠੀਕ ਹੈ, ਪ੍ਰੈਕਟਿਸ ਕੁਐਸਚਨਸ, ਤਾਂ ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੇ ਬੈਚ ਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਲਿੰਕ। ਅਗਰ ਤੁਹਾਨੂੰ ਇਹ ਕਲਾਸਿਸ ਵਧੀਆ ਲੱਗ ਰਹੀਆਂ ਨੇ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਾਤ ਨੂੰ 9 ਵਜੇ ਸਪੈਸ਼ਲ ਇੱਕ ਟਾਈਮ ਹੈ ਜਿਹਦੇ ਵਿੱਚ ਅਸੀਂ ਸਿਰਫ ਔਰ ਸਿਰਫ ਪੀਪੀਐਸਸੀ ਲੈਵਲ ਦੇ ਕੁਐਸਚਨਸ ਹੀ ਤੁਹਾਡੇ ਨਾਲ ਡਿਸਕਸ ਕਰਾਂਗੇ। ਠੀਕ ਹੈ, ਤਾਂ ਤੁਸੀਂ अगर ਤੁਹਾਨੂੰ ਇਹ ਇਨੀਸ਼ੀਏਟਿਵ ਅੱਛਾ ਲੱਗ ਰਿਹਾ ਬੇਟਾ ਤਾਂ ਵੀਡੀਓ ਨੂੰ ਲਾਈਕ ਕਰਕੇ ਦੱਸ ਦਿਆ ਕਰੋ। ਠੀਕ ਹੈ, ਲਾਈਕ ਕਰੋਗੇ ਸਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਹਾਂ ਤੁਸੀਂ ਵਧੀਆ ਲੱਗ ਰਿਹਾ ਤੁਹਾਨੂੰ। ਠੀਕ ਹੈ, ਬਾਕੀ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜਿਹੜੇ ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਔਰ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਠੀਕ ਹੈ, ਮਿਲਦੇ ਹਾਂ ਜੀ ਹੁਣ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਵੈਰੀ ਮਚ।